Dear students, welcome to Amrit Senior Secondary School, क्लास 6 गणित अध्याय तीसरा संख्यावां नाल खेडना या संख्याओं के साथ खेलना एक्सरसाइज 3.2। आज हम बेटा इसका फर्स्ट सम करेंगे। देखो, बताइए कि किन्हीं दो संख्याओं का योग सम होता है या विषम। कि दो संख्याओं उन्होंने योग जो बेटा उन्होंने बोला है कि दो संख्याएं लेंगे, अगर हम उसका योग निकालेंगे तो वो सम आता है या विषम आता है। यदि वे दोनों विषम संख्या हो, कि दोनों विषम हो तो क्या आंसर आएगा, दोनों सम संख्या हो तो उसका योग करेंगे तो उसका क्या आंसर आएगा। दसो कि किसी दो संख्यावां दा जोड़ जिस ਜਾਂ ਟਾਂਕ ਹੁੰਦਾ ਹੈ ਜੇਕਰ ਉਹ ਦੋਨੋਂ ਜਿਸਤ ਹੋਣ ਜਾਂ ਸੈਕੰਡ ਆਪਸ਼ਨ ਕੀ ਹੈ ਟਾਂਕ ਹੋਣ। ਪਹਿਲਾਂ ਉਹਨਾਂ ਨੇ ਕਿਹਾ ਸਮ ਸੰਖਿਆ ਪਹਿਲੇ ਆਪਾਂ ਲੈ ਲਈ, ਦੋਵੇਂ ਸਮ ਸੰਖਿਆ ਲੈ ਲਿਆ। ਸਮ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਜਿਹੜੀਆਂ ਦੋ ਦੇ ਟੇਬਲ ਤੇ ਜਾਂਦੀਆਂ ਨੇ। ਦੋ ਸਮ ਸੰਖਿਆ ਹੈ, 2 + 2 ਕਰ ਦਾਂਗੇ ਕਿੰਨਾ ਆਏਗਾ 4, ਕਿਉਂਕਿ ਉਹਨਾਂ ਨੇ ਕਿਹਾ ਹੈ ਕਿਸੇ ਦੋ ਸਮ ਸੰਖਿਆਵਾਂ ਦਾ ਜੋੜ। ਦੋਵੇਂ ਸਮ ਸੰਖਿਆ। ਹੁਣ ਜ਼ਰੂਰੀ ਨਹੀਂ ਆਪਾਂ ਇਹੀ ਲੈਣਾ, ਆਪਾਂ ਹੋਰ ਕੋਈ ਨੰਬਰ ਵੀ ਲੈ ਸਕਦੇ ਹਾਂ। ਜਿਵੇਂ 2 ਹੋ ਗਿਆ, ਇੱਕ ਹੋ ਗਿਆ 6, ਇਹ ਵੀ ਦੋਵੇਂ ਸਮ ਸੰਖਿਆਵਾਂ, ਦੋਵੇਂ 2 ਦੇ ਟੇਬਲ 'ਤੇ ਜਾਂਦੇ ਆ। ਕੀ ਆਇਆ ਜਮ੍ਹਾਂ ਕਰਕੇ 8। ਕਹਿੰਦੇ ਜਿਹੜਾ ਯੋਗ ਹੁੰਦਾ ਹੈ ਕਿ ਉਹ ਵੀ ਸਾਡੇ ਕੋਲ ਸਮ 'ਚ ਹੀ ਆਇਆ। ਦੇਖੋ ਸਮ ਦਾ ਜੋ ਯੋਗ ਕੀਤਾ ਹੈ ਸਾਡੇ ਕੋਲ ਸਮ ਆਇਆ, ਕਿ ਜਿਸਤ ਸੰਖਿਆਵਾਂ ਦਾ ਜੇ ਆਪਾਂ ਯੋਗ ਕਰਦੇ ਹਾਂ ਜਾਂ ਜੋੜ ਕਰਦੇ ਹਾਂ ਤਾਂ ਸਾਡੇ ਕੋਲ ਆਨਸਰ ਵੀ ਜਿਸਤ ਸੰਖਿਆ ਵਿੱਚ ਹੀ ਆਉਂਦਾ ਹੈ। ਇੱਦਾਂ ਹੀ ਹੁਣ ਵਿਸ਼ਮ ਸੰਖਿਆ ਦਾ ਵੇਖਾਂਗੇ। ਵਿਸ਼ਮ ਸੰਖਿਆ 1 ਵੀ ਵਿਸ਼ਮ ਸੰਖਿਆ, 3 ਵੀ ਵਿਸ਼ਮ ਸੰਖਿਆ। ਦੋਵਾਂ ਦਾ ਜੋੜ ਕੀਤਾ ਕਿੰਨਾ ਆ ਗਿਆ 4। ਦੋਵਾਂ ਦਾ ਜੋੜ ਕੀਤਾ ਕਿੰਨਾ ਆ ਗਿਆ 4। ਤੇ ਵਿਸ਼ਮ ਸੰਖਿਆ ਦਾ ਜੋੜ ਵੀ ਸਾਡੇ ਕੋਲ ਸਮ ਸੰਖਿਆ 'ਚ, ਮਤਲਬ ਕਿ ਸਮ ਸੰਖਿਆ ਦਾ ਵੀ ਜੋੜ ਆਉਂਦਾ ਸਮ 'ਚ, ਤੇ ਵਿਸ਼ਮ ਸੰਖਿਆ ਦਾ ਵੀ ਜੋੜ ਕੇ ਆਉਂਦਾ ਸਾਡੇ ਕੋਲ ਬੇਟਾ सम। ठीक है। अति यदि दो संख्या विषम या सम संख्या हो तो उसका योग सम ही होता है। जेकर दो संख्यावां जिसत ਜਾਂ ਟਾਂਕ ਹੋਵੇ तो उसका जोड़ जिसत ही ਹੁੰਦਾ। ਭਾਵੇਂ ਦੋ ਤੁਸੀਂ ਵਿਸ਼ਮ ਸੰਖਿਆ ਵਾਲੇ ਲੈ ਲਓ, ਭਾਵੇਂ ਤੁਸੀਂ ਦੋ ਟਾਂਕ ਸੰਖਿਆਵਾਂ ਲੈ ਲਓ। ਜੇ ਦੋਵਾਂ ਦਾ ਪਲੱਸ ਕਰਾਂਗੇ ਤੇ ਸਾਡੇ ਕੋਲ ਆਨਸਰ ਕਿਹਦੇ 'ਚ ਹੀ ਆਉਣਾ ਬੇਟਾ, ਸਮ ਸੰਖਿਆ ਦੇ ਵਿੱਚ ਹੀ ਆਉਣਾ ਜਾਂ ਜਿਸਤ ਸੰਖਿਆ ਦੇ ਵਿੱਚ ਹੀ ਆਉਣਾ, ਵਿਸ਼ਮ 'ਚ ਨਹੀਂ ਆਉਣਾ। ਜੇ ਦੋਵੇਂ ਨੰਬਰ ਸਮ ਦੇ ਹੋਣਗੇ ਜਾਂ ਦੋਵੇਂ ਨੰਬਰ ਵਿਸ਼ਮ ਦੇ ਹੋਣਗੇ। ਠੀਕ ਹੈ, ਹਾਂਜੀ ਬੇਟਾ। ਹੁਣ ਨੈਕਸਟ ਹਮ ਦੇਖਾਂਗੇ ਆਪਾਂ ਸੰਖਿਆ 13 ਅਤੇ 31 ਅਭਾਜ ਸੰਖਿਆਵਾਂ ਹਨ। ਅਭਾਜ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ ਬੇਟਾ, ਜਿਹੜੀਆਂ ਸਿਰਫ ਆਪਣੇ ਟੇਬਲ 'ਤੇ ਜਾਂਦੀਆਂ ਹਨ। ਇਹਨਾਂ ਦੋਨਾਂ ਸੰਖਿਆਵਾਂ ਵਿੱਚ 2 ਅੰਕ 1 ਅਤੇ 3 ਹਨ। ਮਤਲਬ ਕਿ 13 ਵਿੱਚ ਵੀ 1 ਅਤੇ 3 ਆ, ਅਤੇ 31 ਵਿੱਚ ਵੀ 1 ਅਤੇ 3 ਲਿਖਿਆ ਹੋਇਆ। 100 ਤੱਕ ਦੀਆਂ ਸੰਖਿਆਵਾਂ ਵਿੱਚ ਅਜਿਹੇ ਹੋਰ ਸਾਰੇ ਜੋੜ ਪਤਾ ਕਰੋ, ਮਤਲਬ ਕਿ ਉਹਦੇ ਪੁੱਠੇ ਹੋਣਗੇ। ਜਿਵੇਂ 13 ਅਤੇ ਉਹਦਾ ਪੁੱਠਾ ਕੀ ਹੋ ਗਿਆ 31। 100 ਤੋਂ 100 ਤੱਕ ਦੀਆਂ ਆਪਾਂ ਸੰਖਿਆਵਾਂ ਲਿਖਣੀਆਂ ਅਤੇ ਉਹਦੇ ਵਿੱਚੋਂ ਇਹੋ ਜਿਹੇ ਜੋੜ ਹੋਰ ਪਤਾ ਕਰਨੇ ਕਿ ਕਿਹੜੇ ਹਨ। ਠੀਕ ਹੈ ਬੇਟਾ। नेक्स्ट हम देखो बेटा हिंदी मीडियम वाले संख्या 13 और 31 अभाज्य संख्या है। 13 और 31 अभाज्य संख्या। अभाज्य संख्या बेटा कौन सी होती है, जो सिर्फ अपने ही टेबल पर जाती हो। इन दोनों संख्याओं में 2 अंक 1 और 3 है, मतलब कि 2 ही अंक दिते हुए ने 1 ते 3। मतलब कि पहले फस्ट वाले विच की आ 1 आंदे ते 3 आंदे, दूजे विच 31 विच भी 1 ते 3 है, मतलब उल्टा आ गया होता 13 का। 100 तक की संख्याओं में ऐसे अन्य सभी युगम ज्ञात कीजिए। ਇਹੋ ਜਿਹੇ ਯੁਗਮ ਜਾਂ ਇਹੋ ਜਿਹੇ ਜੋੜੇ ਪਤਾ ਕਰਨੇ ਆ ਬੇਟਾ ਆਪਾਂ, ਜਿਹੜੇ 100 ਤੱਕ ਦੀ ਸੰਖਿਆਵਾਂ ਵਿੱਚ ਇਹੋ ਜਿਹੇ ਨੰਬਰ ਸਾਨੂੰ ਹੋਰ ਕਿਹੜੇ ਹੈਗੇ ਨੇ ਅਭਾਜ ਸੰਖਿਆਵਾਂ ਵਿੱਚ, ਉਹ ਆਪਾਂ ਫਾਈਂਡ ਆਊਟ ਕਰਨੇ ਨੇ। ਹਾਂਜੀ ਦੇਖੋ ਬੇਟਾ, ਹੁਣ ਆਪਾਂ ਉਹਦੇ ਤੋਂ 1 ਤੋਂ ਲੈ ਕੇ ਤੇ ਆਪਾਂ 100 ਤੱਕ ਦੇ ਸਾਰੇ ਨੰਬਰ ਅਭਾਜ ਸੰਖਿਆਵਾਂ ਵਾਲੇ ਲਿਖ ਲੈਣੇ। ਕਿਹੜੇ ਆਗੇ ਦੇਖੋ ਬੇਟਾ, ਆਪਾਂ 11 ਤੋਂ ਕਿਉਂ ਸ਼ੁਰੂ ਕੀਤਾ, ਕਿਉਂਕਿ ਆਪਾਂ ਜੋੜੇ ਦੇਖਣੇ ਆ, ਅਤੇ ਜਿਹੜੇ ਜੋੜੇ ਵਾਲੇ ਨੰਬਰ ਹੈ ਉਹ 10 ਤੋਂ ਬਾਅਦ ਆਉਂਦੇ ਨੇ। ਠੀਕ ਹੈ, 10 ਤੋਂ ਬਾਅਦ ਆਉਂਦੇ, ਇਸ ਕਰਕੇ ਆਪਾਂ 11 ਤੋਂ ਸ਼ੁਰੂ ਕੀਤਾ, ਕਿਉਂਕਿ ਆਪਾਂ ਉਹਦੇ ਉਲਟ ਦੇਖਣਾ ਬਾਅਦ 'ਚੋਂ ਕਿਹੜੇ ਨੰਬਰ ਮੈਚ ਕਰਦੇ ਪਏ ਨੇ। 11 13 17 19 23 29 31 37 41 43 53 59 61
67 71 73 79 83 99 ਤੇ 97। ਇਹ ਬੇਟਾ ਆਪਾਂ ਨੰਬਰ ਲਿਖ ਲਏ ਜਿਹੜੇ ਅਭਾਜ ਸੰਖਿਆਵਾਂ ਹੈਗੀਆਂ ਨੇ 10 ਤੋਂ ਲੈ ਕੇ 100 ਦੇ ਵਿੱਚ ਜਿਹੜੀ ਆਉਣਗੀਆਂ। ठीक है, 10 अभाज्य संख्या 10 से 100 के बीच। ठीक है, हम बेटा आप ਇਹੋ ਜਿਹੇ नंबर देखने ਆ ਜਿਹੜਾ ਉਹਦਾ ਰੈਸੀਪ੍ਰੋਕਲ ਹੋਣ ਇਹਨਾਂ ਨੰਬਰਾਂ ਵਿੱਚ ਹੀ। ਅਭਾਜ ਸੰਖਿਆਵਾਂ ਮੈਂ ਤੁਹਾਨੂੰ ਦੱਸਦੀ ਹਾਂ ਕਿਹੜੀਆਂ ਹੁੰਦੀਆਂ ਜਿਹੜੀਆਂ ਸਿਰਫ ਆਪਣੀ ਹੀ ਟੇਬਲ ਤੇ ਜਾਣ ਉਹਨਾਂ ਨੂੰ ਅਭਾਜ ਸੰਖਿਆਵਾਂ ਕਹਿੰਦੇ ਨੇ ਬੇਟਾ। ਦੇਖੋ ਹੁਣ 13 ਤੇ 31 ਇਹ ਵਾਲਾ ਉਹਨਾਂ ਨੇ ਪੇਅਰ ਤੇ ਦਿੱਤਾ ਹੋਇਆ ਸੀ ਸਾਨੂੰ। 17 ਦਾ ਉਲਟਾ ਕੀ ਬਣ ਜਾਏਗਾ 71 ਹੈਗਾ, ਹਾਂਜੀ ਹੈਗਾ। 19 ਦਾ ਉਲਟਾ ਕੀ ਬਣ ਜਾਏਗਾ 91 ਨਹੀਂ ਹੈਗਾ। 23 ਦਾ ਉਲਟਾ ਕੀ ਬਣ ਜਾਏਗਾ 32 ਹੈਗਾ ਨਹੀਂ। 29 ਦਾ ਉਲਟਾ ਕੀ ਬਣ ਜਾਏਗਾ 92 ਇਹ ਵੀ ਨਹੀਂ ਹੈਗਾ। 37 ਦਾ ਉਲਟਾ 73 73 ਠੀਕ ਹੈ। 41 ਦਾ ਉਲਟਾ 14 ਨਹੀਂ ਹੈਗਾ। 43 ਦਾ ਉਲਟਾ ਕੀ ਆ ਜਾਏਗਾ 34। 53 ਦਾ 35 ਨਹੀਂ ਹੈਗਾ। 59 ਦਾ 95 ਉਹ ਵੀ ਨਹੀਂ ਹੈਗਾ। 61 ਦਾ 16 ਉਲਟਾ ਉਹ ਵੀ ਨਹੀਂ ਹੈਗਾ। 67 ਦਾ ਉਲਟਾ ਕੀ ਬਣ ਜਾਏਗਾ 76 ਉਹ ਵੀ ਨਹੀਂ ਗਾ। ਠੀਕ ਹੈ, ਇਹ ਪਹਿਲੇ ਸਰਕਲ ਹੈ। ਹੁਣ 73 ਦਾ ਉਲਟਾ ਹੋ ਗਿਆ ਹੈ। 79 ਦਾ ਉਲਟਾ ਕੀ ਹੁੰਦਾ 97 ਹੈਗਾ। 83 ਦਾ ਉਲਟਾ ਵੀ ਨਹੀਂ ਗਾ ਤੇ 89 ਦਾ ਉਲਟਾ ਵੀ ਨਹੀਂ ਹੈਗਾ। ਹੁਣ ਕਿਹੜੇ ਕਿਹੜੇ ਬਣੇ 17 ਔਰ 71 37 ਔਰ 73 ਠੀਕ ਹੈ 79 ਤੇ 97 ਇਹ ਵਾਲੇ ਸਾਡੇ ਕੋਲ ਬੇਟਾ ਯੁਗਮ ਬਣੇ। ठीक है, जैवले जोड़े बने। नैक्सट देखो बेटा 20 तो छोटियां सारियां अभाज ते भाज संख्यावां अलग अलग लिखो। 20 तो छोटे जोड़े भी अभाज संख्यावां हैगियां ने ते जड़े बच जांदियां ओह किहड़ियां होणगीयां भाज संख्यावां। उन्हां नूं आपां वखरे वखरे करके जां अलग अलग करके लिखना है। हिंदी मीडियम वाले बच्चे भी देखो 20 से छोटी सभी अभाज्य और भाज्य संख्याएं अलग अलग लिखिए कि 20 तो छोटी आपा बेटा अभाज्य संख्याएं और भाज्य संख्या। अभाज्य कौन सी होंगी मैंने आपको बताया हुआ है और जो बच जाएंगी वो कौन सी हो जाएंगी भाज्य संख्या। जो अभाज्य संख्या अभाज्य है बेटा वो मैंने आपको बताई है वो अलग कर लेना। जो बाकी संख्याएं बच जाएंगी वो कौन सी होंगी भाज्य संख्याएं। देखो बेटा अभाज्य संख्यावां जां भाज संख्यावां किहड़ियां आ गईयां 2 3 5 7 9 11 13 17 19 20 तो छोटियां की सी लिख लिया। ਹੁਣ ਜਿਹੜੇ ਨੰਬਰ ਬਾਕੀ ਇਹਦੇ 'ਚ ਨਹੀਂ ਹੈਗੇ ਉਹ ਕਿਹੜੀਆਂ ਸੰਖਿਆਵਾਂ 'ਚ ਆਉਣਗੇ ਭਾਜ ਸੰਖਿਆਵਾਂ ਜਾਂ ਭਾज्य ਸੰਖਿਆਵਾਂ 4 6 8 9 10 12 14 15 16 18। ਤੁਸੀਂ ਬੇਟਾ ਕੀ ਕਰਨਾ ਅਭਾਜ ਸੰਖਿਆਵਾਂ ਮੈਂ ਤੁਹਾਨੂੰ ਦੱਸੀਆਂ ਹੋਈਆਂ ਜਿਹੜੀ ਆਪਣੇ ਟੇਬਲ 'ਤੇ ਜਾਂਦੀਆਂ ਉਹ ਲਿਖ ਲੈਣੀਆਂ। ਜਿਹੜੇ ਬਾਕੀ ਨੰਬਰ ਬਚ ਗਏ ਉਹ ਕਿਹੜੀਆਂ ਸੰਖਿਆਵਾਂ 'ਚ ਆਉਣਗੇ ਭਾਜ ਸੰਖਿਆਵਾਂ ਵਿੱਚ ਅਤੇ ਉਹ ਤੁਸੀਂ ਥੱਲੇ ਵਾਲੇ ਪੁਆਇੰਟ 'ਚ ਨੋਟ डाउन कर लेने ठीक है। नेक्स्ट देखो बेटा 1 और 10 के बीच में सबसे बड़ी अभाज्य संख्या लिखे। 1 ਅਤੇ 10 ਵਿਚਕਾਰਲੀ ਸਭ ਤੋਂ ਵੱਡੀ ਅਭਾਜ ਸੰਖਿਆ ਲਿਖੋ। 1 ਅਤੇ 10 ਵਿਚਕਾਰ ਜਿਹੜੀਆਂ ਅਭਾਜ ਸੰਖਿਆਵਾਂ ਆਉਂਦੀਆਂ ਪਹਿਲੇ ਆਪਾਂ ਉਹ ਲਿਖ ਲਾਂਗੇ ਕਿਹੜੀਆਂ ਆਉਂਦੀਆਂ 2 3 5 ਤੇ 7 ਠੀਕ ਹੈ। ਹੁਣ ਸਭ ਤੋਂ ਵੱਡੀ ਕਿਹੜੀ ਸੰਖਿਆ 7 ਸਭ ਤੋਂ ਵੱਡਾ 7 ਹੀ ਹੈ ਨਾ बेटा ठीक है। ਹੁਣ ਕੀ ਲਿਖਾਂਗੇ 1 और 10 के बीच में सबसे बड़ी अभाज्य संख्या 7 है। 1 ਅਤੇ 10 ਵਿਚਕਾਰ ਸਭ ਤੋਂ ਵੱਡੀ अभाज्य संख्या 7। नेक्स्ट देखो बेटा निम्नलिखित को दो विषम अभाज्य संख्याओं के योग में लिखे या दो टांक अभाज्य संख्यावां दे जोड़ विच लिखो। मतलब कि 44 दिता है तो आप दो किहड़े नंबर लैणे आ विषम संख्यावां लैणियां दो तो उन्हां दे जोड़ करके आप 44 बनाना। अच्छा दो टांक संख्यावां पंजाबी च कहो तुसीं लैणियां तो उहदा जे आप जोड़ करिए तो साडे कोल 44 बने। की नंबर ले लिया 3 ते 41 दोवें की है टांग संख्यावां जां विषम संख्यावां ते दोवां दा जोड़ करांगे तो कितना आएगा बेटा 44। इदां 36 नूं किहदा लिख सकदे हां 5 जमा 31 24 नूं 19 जमा 5। देखो बेटा दोवें विषम संख्यावां ही ने जां पंजाबी च तुसीं कह सकदे हो दोवें टांग संख्यावां ही ने। अगे 18 5 जमा 13 किन्ने हो गए 18। बेटा तुसीं एम ना कन्फ्यूज़ होना कि 18 नूं आपां 9 जमा 9 करके भी लिख सकदे हां बट उन्होंने ने की किया सी अभाज्य संख्यावां दे जोड़ च लिखना तो 9 अभाज्य संख्यावां नहीं हैगियां ठीक है। इस करके इनू आपां की लिखा 5 जमा 13 करके क्योंकि 5 भी अभाज्य संख्या है तो 13 भी अभाज्य संख्या है ठीक है। हुण देखो बेटा अभाज्य संख्याओं के ऐसे 3 युगम लिखे जिनका अंतर 2 हो। मतलब कि ਇਹੋ ਜਿਹੇ 3 जोड़े बनाने हैं युगम बनाने हैं जिहदा आंसर जे अंतर मतलब कि उन्होंने माइनस करिए तो की आवे साडे कोल आंसर 2। अभाज्य संख्या
ਦੇ ਅਜਿਹੇ 3 ਜੋੜੇ ਲਿਖੋ ਜਿਨ੍ਹਾਂ ਦਾ ਅੰਤਰ 2 ਹੋਵੇ। ਫਸਟ ਆਪਾਂ ਕੀ ਲਿਆ 5 ਤੇ 3, 5 ਤੋਂ 3 ਮਾਈਨਸ ਕਰਾਂਗੇ 2 ਆ ਜਾਏਗਾ। ठीक है बेटा। नैक्सट आप लवांगे 7 ते 5, 7 चों 5 माइनस किए फिर भी 2 आ गया। 13 ते 11, 13 चों 11 माइनस किए 2, 3 जोड़े बन गए कि एक 5 3 का, एक 7 5 का, एक 13 का ते 11 का। ठीक है। अभाज्य संख्यावां दे उन्होंने जोड़े क्या सी बेटा जिन्हां दा आंसर की होवे 2 होवे। आप अभाज्य संख्यावां लित्तियां उन्हां नूं माइनस करके देखिया उन्हां दा आंसर 2 आ गया। तो किहड़े युगम बन गए बेटा 5,3, 7,5, 3,11। ठीक है बेटा। नेक्स्ट सम देखो, निम्नलिखित में से कौन सी अभाज्य संख्या है या हेठ दित्तियां विचों किहड़ियां अभाज्य संख्यावां हन 23, 51, 37, 26। ठीक है। ये तो सानूं उन्होंने दिते हुए नंबर। हुण उन्होंने कहा कि इन्हां विचों किहड़े नंबर जिहड़े अभाज्य संख्या च हैगे आ 23 ते 37। ठीक है। ये बेटा सिर्फ अपने ही टेबल से जाते हैं और किसी टेबल से नहीं जाते। वो किहड़े नंबर ने 23 ते 37 लिख देंगे। 23 और 37 अभाज्य संख्या हैं। पंजाबी मीडियम वाले भी बेटा लिख लेना 23 और 37 अभाज्य संख्यावां हैं। ठीक है। नैक्सट देखो बेटा 100 तो छोटियां 7 क्रमवार भाज्य संख्यावां लिखो जिन्हां विचकार कोई अभाज्य संख्या ना होवे। आपां ओहो जी भाज्य संख्या लिखनी है 100 तो छोटी जिन्हां विच कोई अभाज्य संख्यावां ना होवे। कितनियां लिखनियां 7, 7 लगातार। ठीक है। हिंदी मीडियम वाले बच्चे भी देखो 100 से छोटी 7 क्रमगत भाज्य संख्याएं लिखिए जिनके बीच कोई अभाज्य संख्या ना हो। तो किहड़े नंबर है 90, 91, 92, 93, 94, 95, 96। ये 7 जिहड़े नंबर है ये 100 तो छोटे ने, इहदे विच कोई भी अभाज्य संख्या नहीं हैगी। ठीक है। नेक्स्ट देखो, निम्नलिखित संख्याओं में से प्रत्येक को 3 अभाज्य संख्याओं के योग के रूप में लिखें। मतलब कि पहले आप 2 का जोड़ किया सी। ठीक है। हुण आप 3 के जोड़ विच लिखना है। हेठ दित्तियां संख्यावां विच हरेक नूं 3 अभाज्य संख्यावां के जोड़ के रूप में लिखो। 21 है आप 3 अभाज्य संख्यावां लैनी है तो उहदा जोड़ करना है तो फिर साडे को 21 बन जाना चाहिए। 3 जमा 5 जमा 13, 31 नूं किहदा जोड़ करके लिख दांगे 3 जमा 5 जमा 23, 53 नूं 13 जमा 17 जमा 23, 61 नूं किहदा लिख लांगे 7 जमा 13 जमा 41। ठीक है बेटा। नेक्स्ट देखो 20 से छोटी अभाज्य संख्याओं की ऐसे 5 युग्म लिखो जिसका योग 5 से विभाज्य हो। 20 तो छोटियां अभाज्य संख्यावां दे अजिहे 5 जोड़े लिखो जिस दा जोड़ 5 नाल भाग होवे। मतलब कि आपां 20 तो छोटियां अभाज्य संख्यावां लैणियां ते ओहदा जे आपां जोड़ करदी हां ते ओह 5 नाल भाग होना चाहिए। जिवें देखो 2 ते 3 इनू आप जोड़ करते 5 आ गया। 5 5 के टेबल पर चल जाता है। 5 5 से विभाजित है जा भाग है। ठीक है। दूसरा मैं जोड़ा कि ले लिया 2 ते 13 किन्ने बन गए 15। ठीक है। 15 भी 5 के टेबल पर चल जाता है। लिखेंगे 15 5 से विभाजित है। ठीक है। अगला क्या आ गया 3 ते 17 भी यह भी 5 नाल विभाजित है। 13 ते 17 13 ते 7 सॉरी यह भी क्या आ गया 20 यह भी 5 नाल विभाजित है। 11 ते 19 यह भी क्या आ गया 30 यह भी 5 नाल विभाजित है। आप जोड़े किहड़े लैने सी 20 तो छोटियां अभाज्य संख्यावां दे आप उही जोड़े लिते ने। ठीक है। लियां भी अभाज्य संख्यावां ते 5 नाल विभाजित भी हो गई ने। ठीक है बेटा। इत्थे बेटा तुहाडी ये वाली एक्सरसाइज कंप्लीट होंदी है।